ਵੈਲਕਮ ਦੋਸਤੋ, ਸਤਿ ਸ਼੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਆਪਣੇ ਚੈਨਲ SMS ਐਜੂ ਹੱਬ 'ਤੇ ਸਵਾਗਤ ਹੈ। ਅੱਜ ਆਪਾਂ ਪੋਲਟੀ ਨਾਲ ਸੰਬੰਧਿਤ DPSP ਕਰਾਂਗੇ। DPSP ਦੀ ਫੁੱਲ ਫਾਰਮ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ, ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਸ਼੍ਰੀ BN ਰਾਓ, ਜੋ ਕਿ ਸੰਵਿਧਾਨ ਸਭਾ ਦੇ ਸਲਾਹਕਾਰ ਸਨ, ਉਹਨਾਂ ਨੇ ਕੌਂਸਟੀਟਿਊਂਟ ਅਸੈਂਬਲੀ ਨੂੰ 2 ਕੈਟਾਗਰੀ ਰეკਮੈਂਡ ਕੀਤੀ: ਟਾਈਪ 1 ਜਸਟੀਏਬਲ ਐਂਡ ਟਾਈਪ 2 ਨਾਨ ਜਸਟੀਏਬਲ। ਟਾਈਪ 1 ਜਸਟੀਏਬਲ ਵਿੱਚ ਉਹਨਾਂ ਨੇ ਫੰਡਾਮੈਂਟਲ ਰਾਈਟਸ ਨੂੰ ਰੱਖਿਆ, ਜਿਨ੍ਹਾਂ ਦੀ ਸਰਕਾਰ ਜਾਂ ਕੋਈ ਵੀ ਕਾਨੂੰਨ ਅਜਿਹਾ ਬਣਾਉਂਦੀ ਹੈ ਜਿਨ੍ਹਾਂ ਨਾਲ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਉਹਨਾਂ ਨੂੰ ਸੁਪਰੀਮ ਕੋਰਟ ਅਤੇ ਹਾਈ ਕੋਰਟ ਵਿੱਚ ਚੈਲੰਜ ਕੀਤਾ ਜਾ ਸਕਦਾ ਹੈ। ਟਾਈਪ 2 ਨਾਨ ਜਸਟੀਏਬਲ DPSP ਇਹਨਾਂ ਨੂੰ ਜੇਕਰ ਕੋਈ ਵੀ ਸਰਕਾਰ ਪੂਰਾ ਨਹੀਂ ਕਰਦੀ ਤਾਂ ਉਹਨਾਂ ਨੂੰ ਸੁਪਰੀਮ ਕੋਰਟ ਅਤੇ ਹਾਈ ਕੋਰਟ ਵਿੱਚ ਚੈਲੰਜ ਨਹੀਂ ਕੀਤਾ ਜਾ ਸਕਦਾ। DPSP ਭਾਰਤੀ ਸੰਵਿਧਾਨ ਦੇ ਭਾਗ 4 ਆਰਟੀਕਲ 36 ਤੋਂ 51 ਵਿੱਚ ਦਰਜ ਹਨ। ਇੰਡੀਆ ਨੇ DPSP ਆਇਰਿਸ਼ ਕੌਂਸਟੀਟਿਊਸ਼ਨ ਤੋਂ ਪ੍ਰਾਪਤ ਕੀਤੇ ਹਨ, ਜਦ ਕਿ ਆਇਰਿਸ਼ ਨੇ ਇਹ ਸਪੈਨਿਸ਼ ਕੌਂਸਟੀਟਿਊਸ਼ਨ ਤੋਂ ਪ੍ਰਾਪਤ ਕੀਤੇ ਹਨ। ਇਹਨਾਂ ਨੂੰ ਇਸ ਪ੍ਰਕਾਰ ਲਿਖ ਸਕਦੇ ਹਾਂ: ਸਪੇਨ ਤੋਂ DPSP ਆਇਰਲੈਂਡ ਨੇ ਪ੍ਰਾਪਤ ਕੀਤੇ ਹਨ, ਜਦ ਕਿ ਆਇਰਲੈਂਡ ਤੋਂ ਇੰਡੀਆ ਨੇ DPSP ਪ੍ਰਾਪਤ ਕੀਤੇ ਹਨ। DPSP ਇਕਨੋਮਿਕ ਐਂਡ ਸੋਸ਼ਲ ਡੈਮੋਕ੍ਰੇਸੀ ਦੀ ਗੱਲ ਕਰਦੀ ਹੈ। DPSP ਨੂੰ 3 ਕੈਟਾਗਰੀ ਵਿੱਚ ਵੰਡਿਆ ਜਾ ਸਕਦਾ ਹੈ। ਇਹਨਾਂ ਕੈਟਾਗਰੀ ਦੀ ਵੰਡ ਸੰਵਿਧਾਨ ਵਿੱਚ ਨਹੀਂ ਕੀਤੀ। ਇਹਨਾਂ ਨੂੰ ਵਿਚਾਰਧਾਰਾ ਦੇ ਆਧਾਰ 'ਤੇ ਵੰਡਿਆ ਗਿਆ: ਸਮਾਜਵਾਦੀ, ਗਾਂਧੀਵਾਦੀ, ਉਦਾਰਵਾਦੀ। ਸਮਾਜਵਾਦੀ ਵਿੱਚ ਉਹ ਆਰਟੀਕਲ ਹਨ ਜੋ ਕਿ ਸਮਾਜ ਨੂੰ ਵਧਾਵਾ ਦੇਣ ਲਈ, ਸਮਾਜ ਵਿੱਚੋਂ ਅਸਮਾਨਤਾ ਨੂੰ ਖਤਮ ਕਰਨ ਲਈ ਜ਼ਰੂਰੀ ਹਨ। ਗਾਂਧੀਵਾਦੀ ਵਿੱਚ ਉਹ ਆਰਟੀਕਲ ਸ਼ਾਮਲ ਹਨ ਜੋ ਗਾਂਧੀ ਦੀ ਸੋਚ ਨੂੰ ਪ੍ਰਫੁੱਲਤ ਕਰਦੇ ਹਨ, ਜਿਵੇਂ ਪੰਚਾਇਤੀ ਰਾਜ ਦੀ ਸਥਾਪਨਾ ਕਰਨਾ, ਹਿੰਸਾ ਨੂੰ ਖਤਮ ਕਰਨਾ। ਅਤੇ ਉਦਾਰਵਾਦੀ ਵਿੱਚ ਪੱਛਮੀ ਸੋਚ ਵਾਲੇ ਆਰਟੀਕਲ ਸ਼ਾਮਲ ਕੀਤੇ ਗਏ ਹਨ। ਆਰਟੀਕਲ 36 ਡੈਫੀਨੇਸ਼ਨ ਆਫ ਦੀ ਸਟੇਟ, ਇਸ ਵਿੱਚ ਰਾਜ ਦੀ ਪਰਿਭਾਸ਼ਾ ਦਿੱਤੀ ਗਈ ਹੈ ਕਿ ਰਾਜ ਨੇ ਕਿਹੜੇ ਕਿਹੜੇ ਕੰਮ ਕਰਨੇ ਹਨ, ਕਿਹਨਾਂ ਅਧਿਕਾਰਾਂ ਦੀ ਗੱਲ ਕਰਨੀ ਹੈ। ਆਰਟੀਕਲ 37 ਨਾਟ ਜਸਟਿਸਏਬਲ ਬਾਈ ਕੋਰਟ ਨਾਟ ਐਨਫੋਰਸੇਬਲ, ਜੇਕਰ ਕੋਈ ਵੀ ਸਰਕਾਰ DPSP ਦੀ ਪਾਲਣਾ ਜਾਂ ਇਹਨਾਂ ਨੂੰ ਪੂਰਾ ਨਹੀਂ ਕਰਦੀ ਤਾਂ ਉਹਨਾਂ ਨੂੰ ਸੁਪਰੀਮ ਕੋਰਟ ਅਤੇ ਹਾਈ ਕੋਰਟ ਵਿੱਚ ਚੈਲੰਜ ਨਹੀਂ ਕੀਤਾ ਜਾ ਸਕਦਾ। ਫੋਰ ਐਗਜ਼ਾਮਪਲ, ਜੇਕਰ ਕੋਈ ਵੀ ਸਰਕਾਰ ਚੋਣ ਮੈਨੀਫੈਸਟੋ ਜਾਰੀ ਕਰਦੀ ਹੈ ਤਾਂ ਜੇਕਰ ਉਹਨਾਂ ਨੂੰ ਪੂਰਾ ਨਹੀਂ ਕਰਦੀ ਤਾਂ ਆਪਾਂ ਚੋਣ ਮੈਨੀਫੈਸਟੋ ਨੂੰ ਲੈ ਕੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਆਪਣੀ ਅਪੀਲ ਨਹੀਂ ਕਰ ਸਕਦੇ। ਆਰਟੀਕਲ 38 ਜਸਟਿਸ ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ ਟੂ ਮਿਨੀਮਾਈਜ਼ ਦੀ ਇਨਇਕੁਐਲਿਟੀ, ਇਹ 3 ਪ੍ਰਕਾਰ ਦੇ ਨਿਆਂ ਦੀ ਗੱਲ ਕਰਦਾ ਹੈ: ਸਮਾਜਿਕ, ਆਰਥਿਕ, ਰਾਜਨੀਤਿਕ, ਤਾਂ ਜੋ ਕਿ ਸਮਾਜ ਵਿੱਚੋਂ ਆਰਥਿਕ ਅਸਮਾਨਤਾ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ। ਆਰਟੀਕਲ 39 ਇਕੁਅਲ ਪੇ ਫਾਰ ਇਕੁਅਲ ਵਰਕ, ਔਰਤਾਂ ਅਤੇ ਮਰਦਾਂ ਨੂੰ ਇੱਕੋ ਜਿਹਾ ਕੰਮ ਕਰਨ 'ਤੇ ਇੱਕੋ ਜਿਹਾ ਵੇਤਨ ਦਿੱਤਾ ਜਾਵੇਗਾ। ਆਰਟੀਕਲ 39A ਇਕੁਅਲ ਜਸਟਿਸ ਐਂਡ ਫਰੀ ਲੀਗਲ ਏਡ, ਮੁਫਤ ਕਾਨੂੰਨੀ
ਸੇਵਾਵਾਂ ਮੁਹੱਈਆ ਕਰਵਾਉਣਾ। ਇਸ ਨੂੰ 42ਵੀਂ ਅਮੈਂਡਮੈਂਟ 1976 42 ਅਮੈਂਡਮੈਂਟ ਰਾਹੀਂ ਭਾਰਤੀ ਸੰਵਿਧਾਨ ਦੇ ਭਾਗ 4 DPSP ਵਿੱਚ ਸ਼ਾਮਿਲ ਕੀਤਾ ਗਿਆ। ਫ੍ਰੀ ਲੀਗਲ ਸੇਵਾਵਾਂ ਨਾਲਸਾ ਨਾਂ ਦੀ ਸੰਸਥਾ ਮੁਹੱਈਆ ਕਰਵਾਉਂਦੀ ਹੈ। ਇਸ ਦੀ ਫੁੱਲ ਫਾਰਮ ਨੈਸ਼ਨਲ ਲੀਗਲ ਸਰਵਿਸ ਅਥਾਰਟੀ। ਇਸ ਦਾ ਚੇਅਰਮੈਨ ਸੁਪਰੀਮ ਕੋਰਟ ਦਾ ਸੀਨੀਅਰ ਜੱਜ ਹੁੰਦਾ ਹੈ। ਆਰਟੀਕਲ 40 ਵਿਲੇਜ ਪੰਚਾਇਤੀ ਰਾਜ। ਆਰਟੀਕਲ 40 ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਗਈ ਹੈ। ਇਸ ਨੂੰ ਗਾਂਧੀਵਾਦੀ ਸੋਚ ਦੇ ਆਧਾਰ 'ਤੇ ਸ਼ਕਤੀਆਂ ਦਾ ਵਿਕੇਂਦਰੀਕਰਨ ਲਈ ਸ਼ਾਮਿਲ ਕੀਤਾ ਗਿਆ ਹੈ। ਆਰਟੀਕਲ 41 ਰਾਈਟ ਟੂ ਵਰਕ ਟੂ ਐਜੂਕੇਸ਼ਨ। ਆਰਟੀਕਲ 41 ਵਿੱਚ ਕੰਮ ਪ੍ਰਦਾਨ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਕਿ ਸਰਕਾਰਾਂ ਕੰਮ ਨੂੰ ਮੁਹੱਈਆ ਕਰਵਾਉਣਗੀਆਂ। ਆਰਟੀਕਲ 42 ਪ੍ਰੋਵੀਜ਼ਨ ਫਾਰ ਜਸਟ ਐਂਡ ਹਿਊਮਨ ਕੰਡੀਸ਼ਨ ਆਫ ਵਰਕ ਐਂਡ ਮੈਟਰਨਿਟੀ ਰਿਲੀਫ। ਕੰਮ ਆਰਟੀਕਲ 42 ਵਿੱਚ ਦੱਸਿਆ ਹੈ ਕੰਮ ਮਨੁੱਖੀ ਵਾਤਾਵਰਣ ਦੇ ਅਨੁਕੂਲ ਹੋਣਾ ਚਾਹੀਦਾ ਹੈ ਅਤੇ ਗਰਭਵਤੀ ਔਰਤਾਂ ਨੂੰ ਵੀ ਸਹੂਲਤਾਂ ਦਿੱਤੀਆਂ ਜਾਣ। ਨੈਕਸਟ ਜੀ, ਆਰਟੀਕਲ 43 ਲਿਵਿੰਗ ਵੇਜਸ। ਉਹਨਾਂ ਨੂੰ ਕੰਮ ਬਦਲੇ ਵਧੀਆ ਭੱਤਾ ਦਿੱਤਾ ਜਾਵੇਗਾ। ਆਰਟੀਕਲ 43 ਵਿੱਚ ਆਰਟੀਕਲ 43 ਦਾ ਸਬ ਸੈਕਸ਼ਨ ਗਾਂਧੀਵਾਦੀ ਸੋਚ ਨੂੰ ਵੀ ਪ੍ਰਮੋਟ ਕਰਦਾ ਹੈ। ਕਾਟੇਜ ਇੰਡਸਟਰੀ ਨੂੰ ਵਧਾਵਾ ਦੇਣਾ, ਪੇਂਡੂ ਪੱਧਰ 'ਤੇ ਇੰਡਸਟਰੀ ਲਗਾਉਣਾ। ਆਰਟੀਕਲ 43A ਪਾਰਟੀਸਪੇਸ਼ਨ ਆਫ ਵਰਕਰਸ ਇਨ ਮੈਨੇਜਮੈਂਟ ਆਫ ਇੰਡਸਟਰੀਜ਼। ਇੰਡਸਟਰੀਆਂ ਦੇ ਵਿੱਚ ਵਰਕਰਾਂ ਦਾ ਪਾਰਟੀਸਪੇਟ ਕਰਵਾਉਣਾ। ਆਰਟੀਕਲ 43B ਪ੍ਰਮੋਸ਼ਨ ਆਫ ਕੋਆਪਰੇਟਿਵ ਸੁਸਾਇਟੀਜ਼। ਸਹਿਕਾਰੀ ਸੰਸਥਾਵਾਂ, ਸਹਿਕਾਰੀ ਸੰਮਤੀਆਂ ਬਣਾਉਣਾ। ਇਸ ਨੂੰ ਭਾਰਤੀ ਸੰਵਿਧਾਨ ਵਿੱਚ 97 ਅਮੈਂਡਮੈਂਟ 2011 ਰਾਹੀਂ ਸ਼ਾਮਿਲ ਕੀਤਾ ਗਿਆ। ਆਰਟੀਕਲ 44 ਯੂਨੀਫਾਰਮ ਸਿਵਲ ਕੋਡ ਫਾਰ ਦੀ ਸਿਟੀਜ਼ਨ। ਯੂਨੀਫਾਰਮ ਸਿਵਲ ਕੋਡ ਕੰਡਕਟ ਇਹ ਭਾਰਤੀ ਸੰਵਿਧਾਨ ਦੇ ਸ਼ਡਿਊਲ ਅਨੁਸੂਚੀ 7 ਵਿੱਚ ਸ਼ਾਮਲ ਕੀਤਾ ਗਿਆ ਹੈ। ਯੂਨੀਫਾਰਮ ਸਿਵਲ ਕੋਡ ਇਹ ਸੈਂਟਰ ਸਰਕਾਰ ਅਤੇ ਸਟੇਟ ਸਰਕਾਰ ਇਸ ਨਾਲ ਸੰਬੰਧਿਤ ਦੋਨੋਂ ਕਾਨੂੰਨ ਬਣਾ ਸਕਦੇ ਹਨ। ਯੂਨੀਫਾਰਮ ਸਿਵਲ ਕੋਡ ਕੰਡਕਟ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਗੋਆ ਬਣ ਗਿਆ ਹੈ। ਇਸ ਦਾ ਮਤਲਬ ਯੂਨੀਫਾਰਮ ਸਿਵਲ ਕੋਡ ਉਹ ਕਾਨੂੰਨ ਹੁੰਦਾ ਹੈ ਜੋ ਕਿ ਸਾਰਿਆਂ 'ਤੇ ਇੱਕ ਸਮਾਨ ਲਾਗੂ ਹੋਵੇਗਾ। ਜਿਵੇਂ ਗੋਆ ਵਿੱਚ ਸਰਕਾਰ ਨੇ ਹਿੰਦੂ ਮੈਰਿਜ ਰਜਿਸਟ੍ਰੇਸ਼ਨ ਹੁੰਦੀ ਹੈ ਤਾਂ ਉਹਨਾਂ ਨੂੰ ਤਲਾਕ ਦੂਸਰਾ ਵਿਆਹ ਕਰਾਉਣ ਲਈ ਪਹਿਲਾਂ ਤਲਾਕ ਦੇਣਾ ਪੈਂਦਾ ਹੈ। ਇਸੇ ਤਰ੍ਹਾਂ ਮੁਸਲਮਾਨ ਲੋਕ ਇੱਕ ਵਿਆਹ ਤੋਂ ਮਗਰੋਂ ਦੂਜਾ ਵਿਆਹ ਕਰਾ ਲੈਂਦੇ ਹਨ, ਜਦ ਕਿ ਪਹਿਲੇ ਵਿਆਹ 'ਤੇ ਤਲਾਕ ਨਹੀਂ ਲੈਂਦੇ। ਉਸੇ ਤਰ੍ਹਾਂ ਤੀਜਾ ਵਿਆਹ ਕਰਾ ਲੈਂਦੇ ਹਨ। ਪਰ ਗੋਆ ਸਰਕਾਰ ਨੇ ਇੱਕੋ ਕਾਨੂੰਨ ਪਾਸ ਕੀਤਾ ਹੈ ਕਿ ਮੁਸਲਮਾਨ ਲੋਕਾਂ ਨੂੰ ਵੀ ਇੱਕ ਵਿਆਹ ਤੋਂ ਮਗਰੋਂ ਦੂਜਾ ਵਿਆਹ ਕਰਾਉਣ ਤੋਂ ਪਹਿਲਾਂ ਉਹਨਾਂ ਨੂੰ ਵੀ ਤਲਾਕ ਲੈਣੇ ਪੈਣਗੇ। ਨੈਕਸਟ ਜੀ, ਆਰਟੀਕਲ 45 ਪ੍ਰੋਵੀਜ਼ਨ ਫਾਰ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ। ਇੱਕ ਰਾਜ ਦਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਮੁਫਤ ਅਤੇ ਫ੍ਰੀ ਸਿੱਖਿਆ ਦੇਵੇ 6 ਤੋਂ 14 ਸਾਲ ਤੱਕ। ਆਰਟੀਕਲ 46 ਪ੍ਰਮੋਸ਼ਨ ਆਫ ਐਜੂਕੇਸ਼ਨਲ ਐਂਡ ਇਕਨੋਮਿਕ ਇੰਟਰਸਟਸ ਆਫ ਸ਼ਡਿਊਲਡ ਕਾਸਟ, ਸ਼ਡਿਊਲਡ ਟਰਾਈਬਸ
ਐਂਡ ਵੀਕਰ ਸੈਕਸ਼ਨ। ਆਰਟੀਕਲ 46 ਵਿੱਚ ਦੱਸਿਆ ਹੈ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਆਰਥਿਕ ਤੌਰ 'ਤੇ ਪਛੜਿਆਂ ਲੋਕਾਂ ਨੂੰ ਸਿੱਖਿਆ ਦਿਵਾਈ ਜਾਵੇ ਤਾਂ ਜੋ ਕਿ ਉਹ ਆਪਣੇ ਆਰਥਿਕ ਹਿੱਤ ਪੂਰੇ ਕਰ ਸਕਣ। ਆਰਟੀਕਲ 47 ਨਿਊਟ੍ਰੀਸ਼ਨ ਐਂਡ ਸਟੈਂਡਰਡ ਆਫ ਲਿਵਿੰਗ ਐਂਡ ਟੂ ਇੰਪਰੂਵ ਹੈਲਥ ਪਬਲਿਕ ਹੈਲਥ। ਉਹਨਾਂ ਨੂੰ ਵਧੀਆ ਨਿਊਟ੍ਰੀਸ਼ਨ ਮੁਹੱਈਆ ਕਰਵਾਏ ਜਾ ਸਕਣ ਤਾਂ ਜੋ ਕਿ ਆਪਣੀ ਸਿਹਤ ਨੂੰ ਵਧੀਆ ਬਣਾ ਸਕਣ। ਆਰਟੀਕਲ 47 ਵਿੱਚ ਹੀ ਗਾਂਧੀਵਾਦੀ ਵਿਚਾਰਧਾਰਾ ਸ਼ਾਮਲ ਹੈ। ਸਟੇਟ ਸ਼ੈਲ endeavor to bring prohibition of the consumption except for the medical purpose of intoxicating drinks and of drugs which can injurious to health। ਜਾਣੀ ਕਿ ਨਸ਼ੀਲੀਆਂ ਦਵਾਈਆਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਸਿਵਾਏ ਮੈਡੀਕਲ ਤੋਂ। ਨੈਕਸਟ ਜੀ ਆਰਟੀਕਲ 48 ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ ਪ੍ਰਮੋਸ਼ਨ। ਖੇਤੀਬਾੜੀ ਅਤੇ ਪਸ਼ੂ ਪਾਲਣ ਵਿਭਾਗ ਨੂੰ ਵਧਾਵਾ ਦੇਣਾ। ਆਰਟੀਕਲ 48A ਪ੍ਰੋਟੈਕਸ਼ਨ ਐਂਡ ਇੰਪਰੂਵਮੈਂਟ ਆਫ ਐਨਵਾਇਰਨਮੈਂਟ ਐਂਡ ਸੇਫਗਾਰਡਿੰਗ ਆਫ ਫੋਰੈਸਟ ਐਂਡ ਵਾਈਲਡ ਲਾਈਫ। ਆਰਟੀਕਲ 48A ਵਿੱਚ ਵਾਤਾਵਰਨ ਨੂੰ ਬਚਾਉਣ ਦੀ ਗੱਲ ਕੀਤੀ ਗਈ ਹੈ। ਇਸ ਦੇ ਅਧੀਨ ਹੀ ਆਰਟੀਕਲ 48A ਵਿੱਚ ਗਾਂਧੀਵਾਦੀ ਸੋਚ ਵੀ ਹੈ। ਟੇਕਸ ਸਟੈਪਸ ਫॉर ਪ੍ਰੀਸਰਵਿੰਗ ਐਂਡ ਇੰਪਰੂਵਿੰਗ ਦੀ ਬਰੀਡਸ ਐਂਡ ਪ੍ਰੋਹਿਬਿਟਿੰਗ ਦੀ ਸਲੌਟਰ ਆਫ ਕਾਊਜ਼ ਕਲੇਵਸ ਐਂਡ ਅਦਰ ਮਿਲਕਸ ਐਂਡ ਡਰਾਊਟ ਕੈਟਲਸ। ਪਸ਼ੂਆਂ ਦੀ ਨਸਲ ਸੁਧਾਰਨ ਦੀ ਗੱਲ ਕੀਤੀ ਹੈ। ਗਾਵਾਂ ਦੀ ਸੁਰੱਖਿਅਤ ਦੀ ਗੱਲ ਕੀਤੀ ਹੈ। ਆਰਟੀਕਲ 49 ਇਸ ਵਿੱਚ ਪ੍ਰੋਟੈਕਸ਼ਨ ਆਫ ਮੋਨੂਮੈਂਟਸ ਐਂਡ ਪਲੇਸਿਸ ਐਂਡ ਆਬਜੈਕਟਸ ਆਫ ਨੈਸ਼ਨਲ ਇੰਪੋਰਟੈਂਸ। ਆਰਟੀਕਲ 49 ਵਿੱਚ ਇਤਿਹਾਸਿਕ ਸਮਾਰਕਾਂ ਨੂੰ ਬਚਾਉਣ ਦੀ ਗੱਲ ਕੀਤੀ ਗਈ ਹੈ ਜੋ ਕਿ ਰਾਸ਼ਟਰੀ ਹਿੱਤ ਵਾਸਤੇ ਵਧੇਰੇ ਮਹੱਤਵਪੂਰਨ ਹਨ। ਆਰਟੀਕਲ 50 ਸੈਪਰੇਸ਼ਨ ਆਫ ਜੁਡੀਸ਼ਰੀ ਫਰੋਮ ਐਗਜ਼ੀਕਿਊਟਿਵ। ਆਰਟੀਕਲ 50 ਵਿੱਚ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਦੀ ਅਲਹਿਦਗੀ ਦੀ ਗੱਲ ਕੀਤੀ ਗਈ ਹੈ ਕਿ ਕਾਰਜਪਾਲਿਕਾ ਨਿਆਂਪਾਲਿਕਾ ਦੇ ਕੰਮ ਵਿੱਚ ਦਖਲ ਅੰਦਾਜ਼ੀ ਨਹੀਂ ਕਰੇਗੀ, ਨਾ ਹੀ ਨਿਆਂਪਾਲਿਕਾ ਕਾਰਜਪਾਲਿਕਾ ਦੇ ਕੰਮ ਵਿੱਚ ਦਖਲ ਅੰਦਾਜ਼ੀ ਕਰੇਗੀ। ਉਹਨਾਂ ਦੋਹਾਂ ਨੂੰ ਆਪਣੇ ਅਲੱਗ-ਅਲੱਗ ਕੰਮ ਕਰਨ ਦੀ ਹਦਾਇਤ ਆਰਟੀਕਲ 50 ਵਿੱਚ ਦਿੱਤੀ ਗਈ ਹੈ। ਆਰਟੀਕਲ 51 ਪ੍ਰੋਟੈਕਸ਼ਨ ਆਫ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ। ਆਰਟੀਕਲ 51 ਵਿੱਚ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੀ ਗੱਲ ਕੀਤੀ ਗਈ ਹੈ। ਧੰਨਵਾਦ ਜੀ। ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ।